ਹੈਲੋ ਡੀਅਰ ਸਟੂਡੈਂਟਸ, ਅੱਜ ਤੁਹਾਡੇ ਨਾਲ ਮੈਂ 9ਵੀਂ ਕਲਾਸ ਦਾ ਲੈਸਨ 12 ਧੁਨੀ ਸਾਊਂਡ ਦੇ ਲਗਭਗ 45 ਮਲਟੀਪਲ ਚੋਇਸ ਕੁਐਸਚਨ ਆਨਸਰ ਸਾਂਝੇ ਕਰਨ ਜਾ ਰਿਹਾ ਹਾਂ। ਬਹੁਤ ਹੀ ਇੰਪੋਰਟੈਂਟ ਕੁਐਸਚਨ ਆਨਸਰ ਹਨ। ਬਹੁਤ ਧਿਆਨ ਨਾਲ ਵੀਡੀਓ ਨੂੰ ਅਖੀਰ ਤੱਕ ਦੇਖਣਾ। ਕਾਪੀ ਪੈਨ ਕੋਲ ਰੱਖ ਲਓ ਅਤੇ ਇੰਪੋਰਟੈਂਟ ਗੱਲਾਂ ਨੋਟ ਕਰਦੇ ਜਾਓ। ਸਭ ਤੋਂ ਪਹਿਲਾਂ ਤੁਹਾਨੂੰ ਸਾਊਂਡ ਕੀ ਹੈ ਜਾਂ ਧੁਨੀ ਕਿਸ ਨੂੰ ਕਹਿੰਦੇ ਹਨ ਉਸ ਬਾਰੇ ਦੱਸਾਂਗਾ। ਸਾਊਂਡ ਜਾਂ ਧੁਨੀ ਊਰਜਾ ਦਾ ਇੱਕ ਰੂਪ ਹੈ ਜੋ ਸਾਡੇ ਕੰਨਾਂ ਵਿੱਚ ਸੁਣਨ ਦਾ ਅਨੁਭਵ ਪੈਦਾ ਕਰਦੀ ਹੈ। ਔਰ ਇੰਗਲਿਸ਼ ਦੇ ਵਿੱਚ ਇਸ ਦੀ ਪਰਿਭਾਸ਼ਾ ਹੈ ਡੈਫੀਨੇਸ਼ਨ, ਸਾਊਂਡ ਇਜ਼ ਏ ਫਾਰਮ ਆਫ ਐਨਰਜੀ ਵਿਚ ਮੇਕਸ ਅਸ ਹੀਅਰ। ਅਗਰ ਸਾਊਂਡ ਟਰੈਵਲਸ ਇਨ ਦੀ ਫਾਰਮ ਆਫ ਵੇਵਸ, ਭਾਵ ਕਿ ਜੋ ਧੁਨੀ ਹੈ ਉਹ ਤਰੰਗਾਂ ਦੇ ਰੂਪ ਵਿੱਚ ਚੱਲਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੁਝ ਧੁਨੀਆਂ ਨੂੰ ਆਪਾਂ ਸੁਣ ਸਕਦੇ ਹਾਂ ਅਤੇ ਕੁਝ ਧੁਨੀਆਂ ਨੂੰ ਅਸੀਂ ਨਹੀਂ ਸੁਣ ਸਕਦੇ। ਇਹਨਾਂ ਵਿੱਚ ਖਾਸ ਕਰਕੇ ਜੋ ਸਾਡੀ ਸੁਣਨਯੋਗ ਸੀਮਾ ਹੈ, ਜੋ ਧੁਨੀਆਂ ਆਪਾਂ ਸੁਣ ਸਕਦੇ ਹਾਂ, ਭਾਵ ਹੀਅਰਿੰਗ ਰੇਂਜ ਹੈ, ਉਹ ਹੈ ਸਾਡੀ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ। ਭਾਵ ਕਿ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਦੀ ਆਵਿਰਤੀ ਵਾਲੀਆਂ ਧੁਨੀਆਂ ਨੂੰ ਆਪਾਂ ਸੁਣ ਸਕਦੇ ਹਾਂ। ਦੂਜੀਆਂ ਹੁੰਦੀਆਂ ਹਨ ਇੱਕ ਇਨਫਰਾ ਸਾਊਂਡ, ਭਾਵ ਕਿ ਨੀਮ ਧੁਨੀਆਂ। ਉਹ ਧੁਨੀਆਂ ਜਿਨ੍ਹਾਂ ਦੀ ਆਵਿਰਤੀ ਭਾਵ ਫਰੀਕੁਐਂਸੀ ਇਜ਼ ਲੈਸ ਦੈਨ 20 ਹਰਟਜ਼, ਭਾਵ ਕਿ 20 ਹਰਟਜ਼ ਤੋਂ ਘੱਟ ਹੁੰਦੀ ਹੈ, ਉਸ ਨੂੰ ਨੀਮ ਧੁਨੀਆਂ ਜਾਂ ਇਨਫਰਾ ਸਾਊਂਡਸ ਕਹਿੰਦੇ ਹਨ, ਜਾਂ ਇਨਫਰਾਸੋਨਿਕ ਸਾਊਂਡ ਵੀ ਕਹਿੰਦੇ ਹਨ। ਅਤੇ ਅੱਗੇ ਆਉਂਦਾ ਅਲਟਰਾ ਸਾਊਂਡ, ਭਾਵ ਕਿ ਪ੍ਰਾਧੁਨੀ ਜਾਂ ਅਲਟਰਾ ਸਾਊਂਡਸ ਉਹ ਸਾਊਂਡ ਹੁੰਦੀਆਂ ਹਨ ਜਿਨ੍ਹਾਂ ਦੀ ਆਵਿਰਤੀ 20,000 ਹਰਟਜ਼ ਤੋਂ ਵੱਧ ਹੁੰਦੀ ਹੈ। ਉਹ ਧੁਨੀਆਂ ਜਿਨ੍ਹਾਂ ਦੀ ਆਵਿਰਤੀ 20,000 ਹਰਟਜ਼ ਤੋਂ ਵੱਧ ਹੁੰਦੀ ਹੈ ਉਸ ਨੂੰ ਪ੍ਰਾਧੁਨੀ ਜਾਂ ਅਲਟਰਾ ਸਾਊਂਡ ਧੁਨੀਆਂ ਕਹਿੰਦੇ ਹਨ। ਹਾਂਜੀ, ਪ੍ਰਸ਼ਨ ਨੰਬਰ 1, The bats can fly in the darkness of night without colliding with the other objects by emitting special sounds while flying. Which characteristic of sound is used by the bats to navigate? ਭਾਵ ਕਿ ਚਮਗਾਦੜ ਰਾਤ ਨੂੰ ਉੱਡਦੇ ਸਮੇਂ ਆਪਣੇ ਭੋਜਨ ਨੂੰ ਖੋਜਣ ਲਈ ਜਾਂ ਕਿਸੇ ਟੱਕਰ ਤੋਂ ਬਚਣ ਲਈ ਕਿਹੜੀਆਂ ਧੁਨੀ ਤਰੰਗਾਂ ਪੈਦਾ ਕਰਦਾ ਹੈ? ਹਾਂਜੀ ਸੋਚੋ, ਅਲਟਰਾ ਸਾਊਂਡ, ਇਨਫਰਾ ਸਾਊਂਡ, ਆਡੀਬਲ ਸਾਊਂਡ ਜਾਂ ਨਨ ਆਫ ਦਾ ਦੀਜ਼। ਹਾਂਜੀ ਪਿਆਰੇ ਵਿਦਿਆਰਥੀਓ, ਇਹਦਾ ਆਨਸਰ ਆਏਗਾ ਹੈ ਏ, ਭਾਵ ਕਿ ਅਲਟਰਾ ਸਾਊਂਡ, ਭਾਵ ਕਿ ਪ੍ਰਾਸਰਵਣ ਧੁਨੀ ਤਰੰਗਾਂ ਜਿਹੜੀਆਂ ਆ ਉਹ ਚਮਗਾਦੜ ਜਾਂ ਕੁਝ ਸਾਡੇ ਜਿਹੜੇ ਆ ਪੰਛੀ ਆ ਉਹ ਪੈਦਾ ਕਰਦੇ ਹਨ। ਹਾਂਜੀ ਪਿਆਰੇ ਵਿਦਿਆਰਥੀਓ, ਤੁਸੀਂ ਆ ਜਿਹੜਾ ਹੈ ਇੰਸਟਰੂਮੈਂਟ ਆ ਭਾਵ ਯੰਤਰ ਇਹ ਜ਼ਰੂਰ ਦੇਖਿਆ ਹੋਵੇਗਾ ਜਿਸ ਨੂੰ ਸਟੈਥੋਸਕੋਪ ਕਹਿੰਦੇ ਹਨ। ਸਟੈਥੋਸਕੋਪ ਕਿਉਂਕਿ ਇਹ ਡਾਕਟਰ ਦੁਆਰਾ ਅਕਸਰ ਯੂਜ਼ ਕੀਤਾ ਜਾਂਦਾ ਹੈ, ਤੁਸੀਂ ਦੇਖਿਆ ਹੋਵੇਗਾ। ਤੁਸੀਂ ਹੁਣ ਇਹ ਦੇਖਣਾ ਹੈ ਕਿ ਇਹ ਕਿਸ ਸਿਧਾਂਤ 'ਤੇ ਕੰਮ ਕਰਦਾ ਹੈ। ਜੋ ਅਗਲਾ ਪ੍ਰਸ਼ਨ ਆਏਗਾ ਉਹਦੇ ਵਿੱਚ ਤੁਸੀਂ ਦੇਖਣਾ ਹੈ ਕਿ ਇਹ ਕਿਸ ਸਿਧਾਂਤ 'ਤੇ ਕੰਮ ਕਰਦਾ ਹੈ। ਯੂ ਮਸਟ ਹੈਵ ਸੀਨ ਦਾ ਡਾਕਟਰ ਚੈਕਿੰਗ ਦਾ ਸਾਊਂਡਸ ਪ੍ਰੋਡਿਊਸਡ ਇਨ ਦਾ ਚੈਸਟ ਔਰ ਹਾਰਟ ਬੀਟ of a patient using a medical instrument called stethoscope. On what principle does the stethoscope work? ਤੁਸੀਂ ਦੇਖਿਆ ਹੋਵੇਗਾ ਕਿ ਡਾਕਟਰ ਦਿਲ ਦੀ ਧੜਕਣ ਦੇਖਣ ਲਈ ਸਟੈਥੋਸਕੋਪ ਦੀ ਵਰਤੋਂ ਕਰਦੇ ਹਨ। ਇਹ ਕਿਸ ਸਿਧਾਂਤ 'ਤੇ ਕਾਰਜ ਕਰਦਾ ਹੈ? ਇਸ ਦਾ ਹੈ ਉੱਤਰ ਹੈ ਜੀ ਮਲਟੀਪਲ ਰਿਫਲੈਕਸ਼ਨ। ਕੀ ਹੈ? ਮਲਟੀਪਲ ਰਿਫਲੈਕਸ਼ਨਸ। ਮਲਟੀਪਲ ਰਿਫਲੈਕਸ਼ਨ ਭਾਵ ਕਿ ਬਾਰ-ਬਾਰ ਪਰਾਵਰਤਨ। ਕੀ ਹੈ? ਬਾਰ-ਬਾਰ ਪਰਾਵਰਤਨ। ਹਾਂਜੀ, ਤੁਸੀਂ ਚਿੱਤਰ ਵਿੱਚ ਇੱਕ ਕੁੱਤਾ ਅਤੇ ਬਿੱਲੀ ਦੇਖ ਰਹੇ ਹਾਂ ਅਤੇ ਕੁਝ ਇਹਦੇ ਆਲੇ ਦੁਆਲੇ ਤਰੰਗਾਂ ਦਿਖਾਈ ਦੇ ਰਹੀਆਂ। ਉਹ ਆਪਾਂ ਇਹ ਸੰਕੇਤ ਕਰਦੀਆਂ ਹਨ ਕਿ ਜਿਵੇਂ ਭੁਚਾਲ ਤੋਂ ਪਹਿਲਾਂ ਕੁਝ ਸੰਕੇਤ ਇਨਫਰਾਸੋਨਿਕ ਸਾਊਂਡਸ ਦੇ ਰੂਪ ਵਿੱਚ ਤਰੰਗਾਂ ਜਿਹੜੀਆਂ ਆ ਉਹ ਪੈਦਾ ਹੁੰਦੀਆਂ ਹਨ, ਜਿਹਨੂੰ ਮਨੁੱਖ ਜਾਂ ਅਸੀਂ ਨਹੀਂ ਸੁਣ ਸਕਦੇ। ਉਸ ਨੂੰ ਕੁਝ ਜਾਨਵਰ ਜਿਵੇਂ ਕੁੱਤਾ, ਬਿੱਲੀ ਅਤੇ ਕੁਝ ਹੋਰ ਜਾਨਵਰ ਆਸਾਨੀ ਨਾਲ ਸੁਣ ਸਕਦੇ ਹਨ। ਇਸ ਕਰਕੇ ਭੁਚਾਲ ਤੋਂ ਪਹਿਲੇ ਦੀ ਜਿਹੜੀ ਹਲਚਲ ਹੁੰਦੀ ਆ
ਉਹ ਇਹ ਤਰੰਗਾਂ ਦੇ ਪੈਦਾ ਹੋਣ ਕਰਕੇ ਇਹ ਕੁੱਤੇ ਤੇ ਇਹ ਜਿਹੜੀ ਹਰਕਤ ਵਿੱਚ ਜਾਨਵਰ ਆ ਜਾਂਦੇ ਆ ਤੇ ਸਾਨੂੰ ਕੁਝ ਸੰਕੇਤ ਮਿਲ ਜਾਂਦੇ ਆ ਕਿ ਕੋਈ ਨਾ ਕੋਈ ਅਣਹੋਣੀ ਹੋਣ ਵਾਲੀ ਆ। ਤੇ ਉਹ ਜਿਹੜੀਆਂ ਤਰੰਗਾਂ ਆ ਉਹਨਾਂ ਨੂੰ ਨੀਮ ਧੁਨੀ ਤਰੰਗਾਂ ਜਾਂ ਇਨਫਰਾਸੋਨਿਕ ਸਾਊਂਡਸ ਕਹਿੰਦੇ ਹਨ। ਇਸ ਕਰਕੇ ਜਿਹੜੀਆਂ ਆਪਾਂ ਹੁਣ ਅਗਲਾ ਕੁਐਸਚਨ ਕਰਨ ਜਾ ਰਹੇ ਹਾਂ ਉਸ ਵਿੱਚ ਇਹ ਦੱਸਿਆ ਗਿਆ ਹੈ ਕਿ ਬਿਫੋਰ ਦਾ ਮੇਨ ਸ਼ੌਕ the earthquake produces the characteristic sound waves which some animals like rhinoceros can hear. ਗੈਂਡਾ ਭਾਵ can you guess the kind of sound wave produced here? ਭੁਚਾਲ ਤੋਂ ਪਹਿਲਾਂ ਹੀ ਕੁਝ ਜਾਨਵਰ ਇਸ ਦੇ ਆਉਣ ਦਾ ਸੰਕੇਤ ਪਤਾ ਲਗਾ ਲੈਂਦੇ ਹਨ। ਇੱਥੇ ਕਿਸ ਧੁਨੀ ਤਰੰਗਾਂ ਦੀ ਗੱਲ ਹੋ ਰਹੀ ਹੈ ਬੇਟੇ? ਇੱਥੇ ਆਪਾਂ ਜਿਵੇਂ ਕਿ ਦੱਸਿਆ ਹੈ ਉਹ ਹੈ ਇਨਫਰਾਸੋਨਿਕ ਸਾਊਂਡਸ ਭਾਵ ਕਿ ਨੀਮ ਧੁਨੀ ਤਰੰਗਾਂ ਜਿਹੜੀਆਂ ਭੁਚਾਲ ਤੋਂ ਪਹਿਲੇ ਪੈਦਾ ਹੁੰਦੀਆਂ ਹਨ ਉਸ ਨੂੰ ਕੁਝ ਜਾਨਵਰ ਜਿਹੜੇ ਆ ਆਸਾਨੀ ਨਾਲ ਸੁਣ ਸਕਦੇ ਹਨ। ਇਸ ਕਰਕੇ ਇਸ ਦਾ ਆਨਸਰ ਹੈ ਇਨਫਰਾਸੋਨਿਕ ਸਾਊਂਡ। ਹਾਂਜੀ ਅਗਲਾ ਕੁਐਸਚਨ ਹੈ ਚਿਲਡਰਨ ਬਿਲੋ 5 years ਐਂਡ ਡੌਗਸ ਕੈਨ ਲਿਸਨ ਸਾਊਂਡ ਅਪ ਟੂ ਵਿਚ ਫਰੀਕੁਐਂਸੀ? 5 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਕੁੱਤੇ ਕਿੰਨੀ ਆਵਰਤੀ ਦੀ ਧੁਨੀ ਸੁਣ ਸਕਦੇ ਹਨ? ਇਸ ਦਾ ਆਨਸਰ ਹੈ 25,000 ਹਰਟਜ਼ ਭਾਵ ਕਿ 25 ਕਿਲੋ ਹਰਟਜ਼ ਨੂੰ 25,000 ਹਰਟਜ਼ ਕਹਾਂਗੇ ਜਦ ਕਿ ਅਸੀਂ ਜਿਹੜਾ ਆ 20 ਹਰਟਜ਼ ਤੱਕ ਦੀਆਂ ਧੁਨੀਆਂ ਹੀ ਸੁਣ ਸਕਦੇ ਹਨ ਜਦ ਕਿ ਕੁੱਤੇ ਅਤੇ ਛੋਟੇ 5 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਆ 25 ਕਿਲੋ ਹਰਟਜ਼ ਭਾਵ ਕਿ 25,000 ਤੱਕ ਦੀ ਆਵਰਤੀ ਦੀਆਂ ਧੁਨੀਆਂ ਨੂੰ ਸੁਣ ਸਕਦੇ ਹਨ ਜਦ ਕਿ ਅਸੀਂ ਸਿਰਫ 20,000 ਦੀਆਂ ਧੁਨੀ ਹੀ ਸੁਣ ਸਕਦੇ ਹਾਂ। ਨੈਕਸਟ ਕੁਐਸਚਨ ਹੈ ਵੇਅਰ ਸੁਨਾਰ ਇਜ਼ ਯੂਜ਼ਡ? ਸੁਨਾਰ ਦੀ ਵਰਤੋਂ ਕਿੱਥੇ ਹੁੰਦੀ ਹੈ? ਸੁਨਾਰ ਦਾ ਪਹਿਲੇ ਫੁੱਲ ਫਾਰਮ ਸਾਨੂੰ ਪਤਾ ਹੋਣੀ ਚਾਹੀਦੀ ਹੈ। ਪੂਰਾ ਨਾਮ ਸੁਨਾਰ ਤੋਂ ਭਾਵ ਹੈ ਕਿ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ। ਇਹ ਇੱਕ ਵਿਧੀ ਆ ਜਿਸ ਵਿੱਚ ਸਾਊਂਡ ਜਾਂ ਧੁਨੀ ਤਰੰਗਾਂ ਨੂੰ ਸਮੁੰਦਰ ਦੇ ਹੇਠਾਂ ਭੇਜਿਆ ਜਾਂਦਾ ਹੈ ਅਤੇ ਉਸ ਦੇ ਤਲ ਨਾਲ ਟਕਰਾ ਕੇ ਵਾਪਸ ਪਰਿਵਰਤਿਤ ਹੁੰਦੀਆਂ ਹਨ ਅਤੇ ਉਸ ਤੋਂ ਸਾਨੂੰ ਉਸ ਦੀ ਸਮੁੰਦਰ ਦੀ ਡੂੰਘਾਈ ਜਾਂ ਕਿਸੇ ਵੀ ਚੀਜ਼ ਦਾ ਪਤਾ ਲੱਗਦਾ ਹੈ ਕਿ ਉਹ ਕਿੰਨੀ ਡੂੰਘਾਈ 'ਤੇ ਪਈ ਹੋਈ ਹੈ। ਇਸ ਦਾ ਆਨਸਰ ਹੈ ਇਸ ਕਰਕੇ ਜੋ ਉਪਰੋਕਤ ਸਾਰੇ ਆਲ ਆਫ ਦਾ ਅਬਵ ਕਿਉਂਕਿ ਸਮੁੰਦਰ ਦੀ ਡੂੰਘਾਈ ਪਤਾ ਕਰਨ ਲਈ ਵੀ ਅੰਦਰ ਸਥਿਤ ਚਟਾਨਾਂ ਦਾ ਪਤਾ ਕਰਨ ਲਈ ਅਤੇ ਕੋਈ ਸਮੁੰਦਰੀ ਜਹਾਜ਼ ਅੰਦਰ ਥੱਲੇ ਡਿੱਗ ਪਿਆ ਹੈ ਤਾਂ ਉਸ ਦਾ ਪਤਾ ਕਰਨ ਲਈ ਵੀ ਇਸ ਨੂੰ ਵਰਤ ਸਕਦੇ ਹਾਂ। ਨੈਕਸਟ ਕੁਐਸਚਨ ਔਨ ਇਨਕਰੀਜ਼ਿੰਗ ਦਾ ਟੈਂਪਰੇਚਰ ਦਾ ਸਪੀਡ ਆਫ ਸਾਊਂਡ ਇਨ ਏਅਰ? ਤਾਪਮਾਨ ਵਧਣ ਨਾਲ ਧੁਨੀ ਦੀ ਹਵਾ ਵਿੱਚ ਚਾਲ ਕੀ ਹੁੰਦੀ ਹੈ? ਵੱਧਦੀ ਹੈ ਭਾਵ ਇਨਕਰੀਜ਼ ਹੁੰਦੀ ਆ। ਨੈਕਸਟ ਕੁਐਸਚਨ ਲਾਊਡਨੈਸ ਮੇਜ਼ਰ ਦਾ ਸਾਊਂਡ ਐਨਰਜੀ reaches the air per second and depends on the amplitude of the sound wave. What is the unit used to measure the loudness of the sound? ਭਾਵ ਧੁਨੀ ਦੀ ਪ੍ਰਬਲਤਾ ਦੀ ਇਕਾਈ ਕੀ ਹੈ? ਉਹ ਹੈ ਜੀ ਡੈਸੀਬਲ। ਕੀ ਹੈ? ਡੈਸੀਬਲ। ਨੈਕਸਟ ਕੁਐਸਚਨ we can easily distinguish between the sounds of the different singers even without having seen them. This is all due to the different quality or timbre of their sounds. On what factors does the quality of sound depends? ਆਸਾਨੀ ਨਾਲ ਅਲੱਗ-ਅਲੱਗ ਗਾਇਕਾਂ ਦੀ ਆਵਾਜ਼ ਉਹਨਾਂ ਨੂੰ ਬਿਨਾਂ ਦੇਖੇ ਹੀ ਪਛਾਣ ਲੈਂਦੇ ਹਾਂ। ਇਹ ਕਿਸ ਗੁਣ ਕਾਰਨ ਹੁੰਦਾ ਹੈ? ਇਹ ਉਹਨਾਂ ਦੇ ਵੇਵ ਫਾਰਮ ਭਾਵ ਕਿ ਤਰੰਗਾਂ ਦੇ ਕਾਰਨ ਆਪਾਂ ਪਹਿਚਾਣ ਸਕਦੇ ਹਾਂ। ਵੇਵ ਫਾਰਮ। ਇਸ ਚਿੱਤਰ ਨੂੰ ਧਿਆਨ ਨਾਲ ਦੇਖੋ। ਇਸ ਵਿੱਚ ਇੱਕ ਸਤਾਰ ਵਾਦਕ ਅਤੇ ਇੱਕ ਸੰਮੇਲਨ ਹਾਲ ਜਿਹਨੂੰ ਇੱਕ ਕੰਸਰਟ ਹਾਲ ਵੀ ਕਹਿੰਦੇ ਹਨ ਜਾਂ ਜਿਸ ਤਰ੍ਹਾਂ ਸਿਨੇਮਾ ਹਾਲ ਹੁੰਦੇ ਆ ਉਹਨਾਂ ਦੀਆਂ ਛੱਤਾਂ ਨੂੰ ਬਕਰਾਕਾਰ ਭਾਵ ਕਿ ਕਰਵਡ ਕਿਉਂ ਬਣਾਇਆ ਜਾਂਦਾ ਹੈ? ਇਹ ਦੱਸਣ ਲਈ ਆਪਾਂ ਜਿਹੜਾ ਇੱਕ ਇਹ ਤੁਹਾਨੂੰ ਚਿੱਤਰ ਦੇਖਿਆ ਇਹ ਧਿਆਨ ਨਾਲ ਦੇਖੋ ਅਤੇ ਇਹਦੇ ਹਿਸਾਬ ਨਾਲ ਕੁਐਸਚਨ ਬਣਾਏ ਆ। ਬਿਫੋਰ ਪਲੇਇੰਗ ਦਾ ਔਰਕੈਸਟਰਾ ਇਨ ਏ ਮਿਊਜ਼ੀਕਲ ਕੰਸਰਟ a starist tries to adjust the tension and pluck the strings suitably. While doing so, he is adjusting. ਕੰਸਰਟ ਹਾਲ ਵਿੱਚ ਸਾਜ਼ ਵਜਾਉਣ ਵਾਲਾ ਆਪਣੇ ਸਾਜ਼ ਦੀ ਤਾਰ ਨੂੰ ਆਲੇ ਦੁਆਲੇ ਦੇ ਹਿਸਾਬ ਨਾਲ ਕੱਸਦਾ ਹੈ। ਅਜਿਹਾ ਕਰਕੇ ਉਹ ਕੀ ਐਡਜਸਟ ਕਰਦਾ ਹੈ ਬੇਟੇ? ਉਹ ਉਸ ਦੀ ਫਰੀਕੁਐਂਸੀ ਆਫ ਦਾ ਸਟਾਰ ਸਟਰਿੰਗ ਵਿਦ ਦਾ ਫਰੀਕੁਐਂਸੀ ਆਫ ਅਦਰ ਮਿਊਜ਼ੀਕਲ ਇੰਸਟਰੂਮੈਂਟ ਉਹਨਾਂ ਦੀ ਜਿਹੜੀ ਆਵਰਤੀ ਆ
ਦੂਜੇ ਇੰਸਟਰੂਮੈਂਟ ਦੇ ਹਿਸਾਬ ਨਾਲ ਐਡਜਸਟ ਕਰਦੇ। ਇਸ ਦਾ ਆਨਸਰ ਹੈ ਬੀ ਓਨਲੀ 2, ਭਾਵ ਕਿ ਫ੍ਰੀਕੁਐਂਸੀ ਉਸ ਦੀ ਆਵਿਰਤੀ ਨੂੰ ਉਹ ਸੈੱਟ ਕਰਦਾ ਹੈ। ਨੈਕਸਟ ਕੁਐਸਚਨ, ਅਧਿਆਪਕ ਨੇ ਰਾਮ ਤੋਂ ਪੁੱਛਿਆ ਕਿ ਪ੍ਰਸਰਵਣ ਧੁਨੀ ਦੀ ਆਵਿਰਤੀ ਕਿੰਨੀ ਹੁੰਦੀ ਹੈ। ਇਸ ਦਾ ਹਾਂਜੀ ਆਨਸਰ ਹੈ ਪ੍ਰਸਰਵਣ ਧੁਨੀ ਭਾਵ ਕਿ ਅਲਟਰਾਸਾਊਂਡ। ਇਸ ਦੀ ਆਵਿਰਤੀ ਸਾਨੂੰ ਪਤਾ ਹੈ ਕਿ 20,000 ਤੋਂ ਵੱਧ ਹੁੰਦੀ ਹੈ। ਨੈਕਸਟ ਕੁਐਸਚਨ ਹੈ, ਦ ਸਾਊਂਡ ਟਰੈਵਲਸ ਫਰੋਮ ਪਾਰਟੀਕਲ ਟੂ ਪਾਰਟੀਕਲ ਇਨ ਦੀ ਫੋਰਮ ਆਫ ਵਾਈਬ੍ਰੇਸ਼ਨਸ ਐਂਡ ਹੈਜ਼ ਡਿਫਰੈਂਟ ਸਪੀਡਸ ਇਨ ਡਿਫਰੈਂਟ ਮੀਡੀਅਮਸ। ਇਸ ਦਾ ਉੱਤਰ ਹੈ ਪੰਜਾਬੀ ਦੇ ਵਿੱਚ ਹੈ, ਧੁਨੀ ਦੇ ਕੰਪਨਾਂ ਦੀ ਚਾਲ ਜ਼ਿਆਦਾ ਕਿਸ ਮਾਧਿਅਮ ਵਿੱਚ ਹੋਵੇਗੀ। ਇਸ ਦਾ ਉੱਤਰ ਹੈ ਗਰਾਊਂਡ ਗਲਾਸ ਭਾਵ ਕਿ ਕੱਚ ਵਿੱਚ। ਕੱਚ ਵਿੱਚ ਜਿਹੜੀ ਆ ਧੁਨੀ ਦੀ ਸਪੀਡ ਹੈ, ਧੁਨੀ ਦੀ ਚਾਲ ਹੈ, ਧੁਨੀ ਦਾ ਵੇਗ ਹੈ, ਉਹ ਜ਼ਿਆਦਾ ਹੋਵੇਗਾ, ਭਾਵ ਕਿ ਗਰਾਊਂਡ ਗਲਾਸ ਕੱਚ ਵਿੱਚ। ਕੁਐਸਚਨ ਨੰਬਰ 11, ਹਰਸਿਮਰਤ ਕੁਐਸਚਨ ਰਾਮ ਵਿਚ ਆਫ ਦਾ ਫੋਲੋਇੰਗ ਕੈਨ ਪ੍ਰੋਡਿਊਸ longitudinal as well as transverse waves under different conditions। ਹਰਸਿਮਰਤ ਨੇ ਰਾਮ ਤੋਂ ਪੁੱਛਿਆ ਕਿ ਉਹ ਕਿਹੜੀ ਚੀਜ਼ ਹੈ ਜੋ ਕਿ ਵੱਖ-ਵੱਖ ਹਾਲਾਤਾਂ ਵਿੱਚ ਲੌਂਗੀਟਿਊਡਨਲ ਅਤੇ ਟਰਾਂਸਵਰਸ ਤਰੰਗਾਂ ਪੈਦਾ ਕਰਦੀਆਂ ਹਨ। ਹਾਂਜੀ, ਇਸ ਦਾ ਆਨਸਰ ਹੈ ਬੀ ਸਲਿੰਕੀ। ਕੀ ਹੈ ਜੀ? ਬੀ ਸਲਿੰਕੀ। ਪ੍ਰਸ਼ਨ 12, ਦ ਸਾਊਂਡ ਕੈਨ ਟਰੈਵਲ ਇਨ ਏਅਰ ਵੈਨ, ਭਾਵ ਕਿ ਧੁਨੀ ਹਵਾ ਵਿੱਚ ਉਦੋਂ ਚੱਲ ਸਕਦੀ ਹੈ ਜਦੋਂ। ਇਹਦਾ ਆਨਸਰ ਹੈ ਸੀ, ਭਾਵ ਡਿਸਟਰਬੈਂਸ ਟਰੈਵਲਸ ਫਰੋਮ ਵਨ ਪਲੇਸ ਟੂ ਐਨ ਅਦਰ। ਹਿਲਜੁਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਸੰਚਾਰ ਕਰਦੀ ਹੈ। ਪ੍ਰਸ਼ਨ ਨੰਬਰ 13, ਔਰਤਾਂ ਅਤੇ ਮਰਦਾਂ ਦੀ ਆਵਾਜ਼ ਉਹਨਾਂ ਨੂੰ ਬਿਨਾਂ ਦੇਖੇ ਹੀ ਪਹਿਚਾਣ ਲੈਂਦੇ ਹਾਂ। ਇਹ ਧੁਨੀ ਦੇ ਤਿੱਖਾਪਣ ਲੱਛਣ ਕਾਰਨ ਹੁੰਦੀ ਹੈ। ਧੁਨੀ ਦੇ ਇਸ ਲੱਛਣ ਦੀ ਇਕਾਈ ਕੀ ਹੈ? ਇਸ ਦਾ ਆਨਸਰ ਹੈ ਹਰਟਜ਼। ਸਭ ਤੋਂ ਪਹਿਲੇ ਸਾਨੂੰ ਧੁਨੀ ਦੇ ਤਿੱਖਾਪਣ ਦਾ ਪਤਾ ਹੋਣਾ ਚਾਹੀਦਾ ਹੈ ਕਿ ਭਾਵ ਜਿਹੜੀ ਤਿੱਖੀ ਆਵਾਜ਼ ਹੁੰਦੀ ਹੈ ਉਸ ਦੀ ਜਿਹੜੀ ਆਵਿਰਤੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਬੱਚਿਆਂ ਦੀ ਅਤੇ ਔਰਤਾਂ ਦੀ ਆਵਾਜ਼ ਤਿੱਖੀ ਹੁੰਦੀ ਹੈ, ਜਦ ਕਿ ਲੜਕਿਆਂ ਦੀ ਅਤੇ ਮਰਦਾਂ ਦੀ ਆਵਾਜ਼ ਮੋਟੀ ਹੁੰਦੀ ਹੈ, ਕਿਉਂਕਿ ਉਹਨਾਂ ਦੀ ਆਵਿਰਤੀ ਘੱਟ ਹੁੰਦੀ ਹੈ। ਜਿੰਨੀ ਆਵਿਰਤੀ ਘੱਟ ਹੋਏਗੀ ਆਵਾਜ਼ ਉਨਾ ਹੀ ਜਿਹੜੀ ਮੋਟੀ ਹੋਏਗੀ, ਅਤੇ ਜਿੰਨੀ ਆਵਿਰਤੀ ਘੱਟ ਹੋਏਗੀ ਉਨੀ ਹੀ ਜਿਹੜੀ ਆ ਆਵਿਰਤੀ ਘੱਟ ਹੋਏਗੀ, ਉਹ ਤਿੱਖੀ ਹੋਏਗੀ ਆਵਾਜ਼। ਭਾਵ ਕਿ ਇਸ ਕਰਕੇ ਔਰਤਾਂ ਜਿਹੜੀਆਂ ਆ ਉਹਨਾਂ ਦੀ ਆਵਾਜ਼ ਜਾਂ ਬੱਚਿਆਂ ਦੀ ਆਵਾਜ਼ ਤਿੱਖੀ ਹੁੰਦੀ ਹੈ। ਪ੍ਰਸ਼ਨ 14, ਪਿਆਨੋ ਦੇ ਬਟਨ ਨੂੰ ਪਹਿਲਾਂ ਪਿਆਰ ਨਾਲ ਅਤੇ ਬਾਅਦ ਵਿੱਚ ਜ਼ਿਆਦਾ ਜ਼ੋਰ ਨਾਲ ਦਬਾਇਆ ਜਾਂਦਾ ਹੈ। ਤੁਸੀਂ ਦੂਜੀ ਆਵਾਜ਼ ਵਿੱਚ ਕੀ ਪਰਿਵਰਤਨ ਦੇਖਿਆ? ਭਾਵ ਕਿ ਜਦੋਂ ਆਪਾਂ ਜ਼ੋਰ ਨਾਲ ਦਬਾਉਂਦੇ ਹਾਂ ਤਾਂ ਫਿਰ ਕੀ ਪਰਿਵਰਤਨ ਆਉਂਦਾ ਹੈ? ਇਸ ਦਾ ਆਨਸਰ ਹੈ ਆਵਾਜ਼ ਉੱਚੀ ਹੋਵੇਗੀ ਅਤੇ ਪਿਚ ਵੀ ਘੱਟ ਹੋਵੇਗੀ, ਭਾਵ ਸਾਊਂਡ ਵਿਲ ਬੀ ਲਾਊਡਰ ਬਟ ਦਾ ਪਿਚ ਵਿਲ ਬੀ ਲੋਅਰ। ਪ੍ਰਸ਼ਨ ਨੰਬਰ 15, ਸੋਨਾਰ ਦੇ ਇਕੋ ਰਿਸੀਵਰ ਜੋ ਸਮੁੰਦਰੀ ਜਹਾਜ਼ ਨਾਲ ਜੁੜੇ ਹੋਏ ਹਨ, ਜੋ ਅਲਟਰਾਸਾਊਂਡ ਭੇਜੀ ਗਈ ਹੈ, ਸਮੁੰਦਰ ਦੇ ਤਲ ਨਾਲ ਟਕਰਾਉਣ ਤੋਂ 4 ਮਿੰਟ ਬਾਅਦ ਇਕੋ ਰਿਸੀਵ ਹੁੰਦੀ ਹੈ। ਜੇਕਰ ਧੁਨੀ ਦੀ ਪਾਣੀ ਵਿੱਚ ਚਾਲ 1500 ਮੀਟਰ ਪਰ ਸੈਕਿੰਡ ਹੈ ਤਾਂ ਸਮੁੰਦਰ ਦੀ ਡੂੰਘਾਈ ਪਤਾ ਕਰੋ। ਇਹ ਬੇਟੇ ਆਪਾਂ ਨਿਊਮੈਰੀਕਲ ਹੈ, ਤੁਸੀਂ ਕਿਤਾਬ ਦੇ ਵਿੱਚੋਂ ਫਾਰਮੂਲਾ ਲੱਭ ਕੇ ਤਾਂ ਇਹ ਸਵਾਲ ਸੋਲਵ ਕਰਨਾ ਹੈ ਨਿਊਮੈਰੀਕਲ, ਅਤੇ ਇਸ ਦਾ ਆਨਸਰ ਹੈ ਬੀ 3000 ਮੀਟਰ। ਇਹ ਬਹੁਤ ਇੰਪੋਰਟੈਂਟ ਨਿਊਮੈਰੀਕਲ ਨੇ, ਅਤੇ ਤੁਸੀਂ ਆਸਾਨੀ ਨਾਲ ਫਾਰਮੂਲਾ ਸਾਡੇ ਦਿੱਤਾ ਹੋਇਆ ਬੁੱਕ ਦੇ ਵਿੱਚ, ਆਸਾਨੀ ਨਾਲ ਤੁਸੀਂ ਇਹਨੂੰ ਸੋਲਵ ਕਰ ਸਕਦੇ ਹਾਂ। ਇਸ ਕਰਕੇ ਇਸ ਦਾ ਉੱਤਰ ਹੈ 3000 ਮੀਟਰ। ਨੈਕਸਟ ਕੁਐਸਚਨ, ਪ੍ਰਸ਼ਨ ਨੰਬਰ 16, ਜੇਕਰ ਤਰੰਗ ਦੀ ਚਾਲ 380 ਮੀਟਰ ਪਰ ਸੈਕਿੰਡ ਹੈ ਅਤੇ ਇਸ ਦੀ ਆਵਿਰਤੀ 1900 ਹਰਟਜ਼ ਹੈ ਤਾਂ ਇਸ ਦੀ ਤਰੰਗ ਲੰਬਾਈ ਪਤਾ ਕਰੋ। ਬੇਟੇ ਇਹ ਵੀ ਸਾਡੇ ਤਰੰਗ ਲੰਬਾਈ ਦਾ ਫਾਰਮੂਲਾ ਦਿੱਤਾ ਹੋਇਆ ਸਾਡੀ ਬੁੱਕ ਦੇ ਵਿੱਚ, ਉਹਦੇ ਹਿਸਾਬ ਨਾਲ ਲਾ ਕੇ ਤੁਸੀਂ ਨਿਊਮੈਰੀਕਲ ਸੋਲਵ ਕਰਨਾ ਹੈ। ਠੀਕ ਹੈ। ਪ੍ਰਸ਼ਨ ਨੰਬਰ 17, ਦ ਟੀਚਰ ਕੁਐਸਚਨਡ ਦਾ ਰਾਮ ਵਟ ਇਜ਼ ਦ ਫਰੀਕੁਐਂਸੀ ਆਫ ਅਲਟਰਾਸਾਊਂਡ। ਅਧਿਆਪਕ ਨੇ ਰਾਮ ਤੋਂ ਪੁੱਛਿਆ ਕਿ ਪ੍ਰਸਰਵਣ ਧੁਨੀ ਦੀ ਆਵਿਰਤੀ ਕਿੰਨੀ ਹੁੰਦੀ ਹੈ। ਬੇਟੇ ਇਸ ਦਾ ਆਨਸਰ ਹੈ ਪਹਿਲਾ
ਜਿਵੇਂ ਕਿ ਆਪਾਂ ਪੜ੍ਹਿਆ ਸੀ 20,000 ਹਰਟਜ਼ ਤੋਂ ਵੱਧ ਭਾਵ ਕਿ 20 ਕਿਲੋ ਹਰਟਜ਼ ਕਹਿ ਲਈਏ ਜਾਂ 20,000 ਹਰਟਜ਼ ਤੋਂ ਵੱਧ। ਹਾਂਜੀ ਬੇਟੇ, ਪ੍ਰਸ਼ਨ ਨੰਬਰ 17 ਆਪਾਂ ਪਿੱਛੇ ਕਰ ਲਿਆ, ਰਿਪੀਟ ਹੋ ਗਿਆ, ਜਿਹਦੇ ਵਿੱਚ ਆਪਾਂ ਦੇਖਿਆ ਸੀ ਕਿ ਜਿਹੜੇ ਅਲਟਰਾ ਵਾਇਲਟ ਸਾਊਂਡਸ ਹੈਗੀਆਂ, ਅਲਟਰਾਸਾਊਂਡ, ਅਲਟਰਾ ਵਾਇਲਟ ਨਹੀਂ ਅਲਟਰਾਸਾਊਂਡ ਬੋਲਾਂਗੇ, ਪ੍ਰਸਰਵਣ ਧੁਨੀਆਂ ਜਿਹੜੀਆਂ ਆ ਉਹਦੀ ਜਿਹੜੀ ਆਵਿਰਤੀ ਆ ਉਹ 20,000 ਤੋਂ ਵੱਧ ਹੁੰਦੀ ਆ। ਹੁਣ ਆਪਾਂ ਪ੍ਰਸ਼ਨ ਨੰਬਰ ਕਰਾਂਗੇ 18। ਅਧਿਆਪਕ ਨੇ ਸ਼ਾਮ ਤੋਂ ਪੁੱਛਿਆ ਕਿ ਅਸੀਂ 20,000 ਹਰਟਜ਼ ਤੋਂ ਵੱਧ ਦੀ ਆਵਿਰਤੀ ਦੀਆਂ ਧੁਨੀਆਂ ਕਿਉਂ ਨਹੀਂ ਸੁਣ ਸਕਦੇ। ਤਾਂ ਰਾਮ ਨੇ ਉੱਤਰ ਦਿੱਤਾ ਕਿ 20,000 ਤੋਂ ਵੱਧ ਦੀ ਆਵਿਰਤੀ ਨੂੰ ਆਪਾਂ ਇਸ ਕਰਕੇ ਨਹੀਂ ਸੁਣ ਸਕਦੇ ਕਿਉਂਕਿ ਸਾਡੀ ਜੋ ਸੁਣਨਯੋਗ ਸੀਮਾ ਹੈ, ਭਾਵ ਸਾਡੀ ਹੀਅਰਿੰਗ ਰੇਂਜ ਹੈ, ਉਹ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਦੀਆਂ ਧੁਨੀਆਂ ਹੀ ਆਪਾਂ ਸੁਣ ਸਕਦੇ ਹਾਂ, ਜਦ ਕਿ ਜਿਹੜੀਆਂ ਪ੍ਰਸਰਵਣ ਧੁਨੀਆਂ ਹਨ ਉਸ ਦੀ ਆਵਿਰਤੀ ਆ ਜੋ 20,000 ਹਰਟਜ਼ ਤੋਂ ਵੱਧ ਹੁੰਦੀ ਹੈ। ਜੀ ਇਸ ਚਿੱਤਰ ਨੂੰ ਜਰਾ ਧਿਆਨ ਨਾਲ ਦੇਖੋ। ਇਹ ਚਿੱਤਰ ਦੇ ਹਿਸਾਬ ਨਾਲ ਅੱਗੇ ਪ੍ਰਸ਼ਨ ਪੁੱਛੇ ਜਾਣਗੇ। ਇਹਦੇ ਵਿੱਚ ਏ ਭਾਗ ਕਿਹੜਾ ਹੈ ਅਤੇ ਬੀ ਕਿਹੜਾ ਹੈ ਅਤੇ ਸੀ ਕਿਹੜਾ ਆ, ਕਿਉਂਕਿ ਜੋ ਬਰਤਨ ਦਿਖਾਇਆ ਗਿਆ ਹੈ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਧੁਨੀ ਦੇ ਸੰਚਾਰ ਲਈ ਮਾਧਿਅਮ ਦੀ ਲੋੜ ਹੁੰਦੀ ਹੈ, ਭਾਵ ਕਿ ਖਲਾ ਵਿੱਚ ਜਿਹੜੀ ਆ ਧੁਨੀ ਨਹੀਂ ਚੱਲਦੀ। ਨੈਕਸਟ ਜੋ ਸਾਨੂੰ ਚਿੱਤਰ ਦਿਖਾਇਆ ਗਿਆ ਹੈ, ਇਸ ਵਿੱਚ ਜੋ ਧੁਨੀ ਤਰੰਗਾਂ ਚੱਲਦੀਆਂ ਹਨ ਉਹ ਕਿਸ ਤਰ੍ਹਾਂ ਸੰਚਾਰ ਕਰਦੀਆਂ ਹਨ, ਠੀਕ ਹੈ। ਉਸ ਵਿੱਚ ਇੱਕ ਸੀ ਅਤੇ ਆਰ ਨੂੰ ਧਿਆਨ ਨਾਲ ਦੇਖੋ। ਸੀ ਅਤੇ ਆਰ ਜੋ ਹੈ ਦੋ ਪੋਰਸ਼ਨ ਦਿੱਤੇ ਗਏ ਆ। ਸੀ ਜੋ ਹੈ ਉਹ ਕੀ ਹੈ ਅਤੇ ਆਰ ਕੀ ਹੈ, ਇਸ ਬਾਰੇ ਪ੍ਰਸ਼ਨ ਦੇ ਵਿੱਚ ਪੁੱਛਿਆ ਹੈ। ਤੁਸੀਂ ਉਸ ਨੂੰ ਧਿਆਨ ਨਾਲ ਇਸ ਨੂੰ ਦੇਖ ਲਓ ਚਿੱਤਰ ਨੂੰ ਅਤੇ ਫਿਰ ਇਸ ਦਾ ਆਨਸਰ ਦੇਣਾ ਹੈ। ਪ੍ਰਸ਼ਨ ਨੰਬਰ 19, ਚਿੱਤਰ ਖਲਾ ਵਿੱਚ ਧੁਨੀ ਦਾ ਸੰਚਾਰ ਨਹੀਂ ਹੋ ਸਕਦਾ ਦਰਸਾਇਆ ਜਾ ਰਿਹਾ ਹੈ। ਇਸ ਵਿੱਚ ਏ ਬੀ ਸੀ ਕੀ ਹੈ। ਨੰਬਰ 1 ਤੇ ਏ ਹੈ ਇਲੈਕਟ੍ਰਿਕ ਕਰੰਟ ਜਾਂ ਬਿਜਲੀ ਦਾ ਸਵਿੱਚ, ਬੀ 'ਚ ਹੈ ਕੌਰਕ ਅਤੇ ਸੀ 'ਤੇ ਹੈ ਇਲੈਕਟ੍ਰਿਕ ਬੈਲ। ਇਸ ਦਾ ਉੱਤਰ ਆਏਗਾ ਆਰ ਆ ਟਰੂ, ਭਾਵ ਸਾਰੇ ਠੀਕ ਹਨ। ਪ੍ਰਸ਼ਨ ਨੰਬਰ 20, ਬਟ ਇਜ਼ ਸੀ ਐਂਡ ਆਰ ਇਨ ਦਾ ਡਾਇਗਰਾਮ। ਜੋ ਪਿੱਛੇ ਚਿੱਤਰ ਦਿੱਤਾ ਗਿਆ ਸੀ ਉਸ ਵਿੱਚ ਸੀ ਅਤੇ ਆਰ ਕੀ ਹੈ। ਇਸ ਦਾ ਉੱਤਰ ਨੰਬਰ 1 ਤੇ ਹੈ ਕੰਪਰੈਸ਼ਨਸ ਐਂਡ ਰੇਅਰਫੈਕਸ਼ਨਸ, ਭਾਵ ਨਪੀੜਨ ਅਤੇ ਬਿਰਲ। ਇਸ ਦਾ ਉੱਤਰ ਕੀ ਹੈ ਕੰਪਰੈਸ਼ਨ, ਸੀ ਤੋਂ ਕੰਪਰੈਸ਼ਨਸ ਐਂਡ ਆਰ ਤੋਂ ਰੇਅਰਫੈਕਸ਼ਨਸ। ਪ੍ਰਸ਼ਨ ਨੰਬਰ 21, ਦ ਰਿਲੇਸ਼ਨਸ਼ਿਪ ਬਿਟਵੀਨ ਟਾਈਮ ਪੀਰੀਅਡ ਐਂਡ ਫਰੀਕੁਐਂਸੀ ਆਫ ਵੇਵ ਇਜ਼। ਪੰਜਾਬੀ ਦੇ ਵਿੱਚ ਤਰੰਗਾਂ ਦੇ ਆਵਰਤਕਾਲ ਅਤੇ ਆਵਿਰਤੀ ਵਿੱਚ ਸੰਬੰਧ ਹੈ। ਇਹ ਹੈ ਬੇਟੇ V ਇਜ਼ ਇਕੁਅਲ ਟੂ 1/T, ਭਾਵ ਕਿ ਆਵਿਰਤੀ ਬਰਾਬਰ ਹੈ 1/, ਸਮਾਂ ਜੇ ਆਵਰਤਕਾਲ ਜਿਹਨੂੰ ਕਹਿੰਦੇ ਆਪਾਂ 1/T, ਭਾਵ ਕਿ T ਹੁੰਦਾ ਆਵਰਤਕਾਲ। ਪ੍ਰਸ਼ਨ ਨੰਬਰ 22, ਵਿਚ ਪਾਰਟ ਆਫ ਹਿਊਮਨ ਈਅਰ ਕਨਵਰਟ ਸਾਊਂਡ ਵਾਈਬ੍ਰੇਸ਼ਨ ਇਨਟੂ ਇਲੈਕਟ੍ਰੀਕਲ ਸਿਗਨਲਸ। ਇਸ ਦਾ ਉੱਤਰ ਹੈ ਕੋਕਲੀਆ, ਭਾਵ ਕਿ ਕੰਨ ਦਾ ਕਿਹੜਾ ਭਾਗ ਧੁਨੀ ਤਰੰਗਾਂ ਨੂੰ ਬਿਜਲੀ ਤਰੰਗਾਂ ਵਿੱਚ ਬਦਲਦਾ ਹੈ। ਕੰਨ ਦੇ ਉਹ ਹੈ ਜੀ ਕੋਕਲੀਆ, ਡੀ। ਕੀ ਇਸ ਦਾ ਉੱਤਰ ਹੈ ਕੰਨ ਦਾ ਭਾਗ ਜੋ ਹੈ ਕੋਕਲੀਆ। ਪ੍ਰਸ਼ਨ ਨੰਬਰ 23, ਵਟ ਡੂ ਡੋਲਫਿਨਸ ਐਂਡ ਬੈਟਸ ਯੂਜ਼। ਡੋਲਫਿਨ ਚਮਗਾਦੜ ਵਰਤੋਂ ਕਰਦੇ ਹਨ ਕਿਹੜੀਆਂ ਧੁਨੀਆਂ ਦੀ? ਉਹ ਕਰਦੇ ਹਨ ਜੀ ਅਲਟਰਾਸਾਊਂਡ ਧੁਨੀਆਂ। ਕਿਹੜੀਆਂ? ਅਲਟਰਾਸਾਊਂਡ, ਭਾਵ ਕਿ। ਪ੍ਰਸ਼ਨ ਨੰਬਰ 24, ਚਿਲਡਰਨ ਬਿਲੋ ਦ ਏਜ ਆਫ 5 ਕੈਨ ਹੀਅਰ ਅਪ ਟੂ। 5 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਸੁਣਨਯੋਗ ਸੀਮਾ ਹੈ ਕੀ ਹੈ ਜੀ? ਉਹ 25,000 ਤੁਹਾਨੂੰ ਦੱਸਿਆ ਸੀ 25,000 ਕਿਲੋ ਹਰਟਜ਼ ਤੱਕ ਦੀਆਂ ਜਿਹੜੀਆਂ ਧੁਨੀਆਂ ਉਹ ਸੁਣ ਸਕਦੇ। ਕਿਹੜੀਆਂ? ਬੀ ਆ, ਇਹ ਤਾਂ ਥੋੜ੍ਹਾ ਟਿਕ ਗਲਤ ਲੱਗਾ ਹੋਇਆ, ਧਿਆਨ ਨਾਲ ਦੇਖ ਲਿਓ। ਇਸ ਦਾ ਹੈ ਬੀ 25,000 ਕਿਲੋ ਹਰਟਜ਼, 25K ਹਰਟਜ਼ ਤੱਕ ਦੀਆਂ ਧੁਨੀਆਂ ਨੂੰ ਸੁਣ ਸਕਦੇ ਹਨ। ਪ੍ਰਸ਼ਨ ਨੰਬਰ 25, ਧੁਨੀ ਦੀ ਬਹੁ ਗੂੰਜ ਦੀ ਵਰਤੋਂ ਡੈਸ਼ ਵਿੱਚ ਹੁੰਦੀ ਹੈ। ਉਹ ਬੇਟੇ ਜਿਵੇਂ ਕਿ ਆਪਾਂ ਏ ਦੇ ਵਿੱਚ ਹੈ ਸਟੈਥੋਸਕੋਪ, ਬੀ 'ਚ ਹੈ ਟਰੰਪੇਟਸ, ਸੀ ਦੇ ਵਿੱਚ ਮੈਗਾਫੋਨਸ। ਇਹਦਾ ਆਨਸਰ ਹੈ ਆਲ ਆਫ ਦੀਜ਼, ਭਾਵ ਕਿ ਸਾਰਿਆਂ ਵਿੱਚ ਬਹੁ ਗੂੰਜ ਦੀ ਵਰਤੋਂ ਹੁੰਦੀ ਹੈ। ਪ੍ਰਸ਼ਨ ਨੰਬਰ 26, ਟੂ ਹੀਅਰ ਏ ਡਿਸਟਿੰਕਟ ਇਕੋ ਈਚ ਟਾਈਮ ਇੰਟਰਵਲ ਬਿਟਵੀਨ ਦਾ ਓਰੀਜਨਲ ਸਾਊਂਡ ਐਂਡ ਦਾ ਰਿਫਲੈਕਟਡ ਸਾਊਂਡ ਮਸਟ ਬੀ। ਧੁਨੀ ਦੀ ਸਹੀ ਇਕੋ ਸੁਣਨ ਲਈ
ਅਸਲੀ ਧੁਨੀ ਅਤੇ ਪਰਾਵਰਤਨ ਵਿੱਚ ਸਮਾਂ ਅੰਤਰਾਲ ਹੋਣਾ ਜ਼ਰੂਰੀ ਹੈ। ਇਸ ਦਾ ਆਨਸਰ ਹੈ ਡੀ, ਭਾਵ ਕਿ 0.1 ਸੈਕਿੰਡ। ਕੀ ਹੈ? ਡੀ 0.1 ਸੈਕਿੰਡ। ਪ੍ਰਸ਼ਨ ਨੰਬਰ 27, ਚਾਲ, ਆਵਿਰਤੀ ਅਤੇ ਤਰੰਗ ਲੰਬਾਈ ਵਿੱਚ ਸੰਬੰਧ ਹੈ। ਭਾਵ ਸਪੀਡ, ਵੇਵਲੈਂਥ ਐਂਡ ਫ੍ਰੀਕੁਐਂਸੀ ਆਫ ਸਾਊਂਡ ਆਰ ਰਿਲੇਟਡ ਐਜ਼। ਇਹਨਾਂ ਵਿੱਚ ਕੀ ਰਿਲੇਸ਼ਨ ਹੈ, ਕੀ ਸੰਬੰਧ ਹੈ? ਇਸ ਦਾ ਆਨਸਰ ਹੈ ਸੀ, ਭਾਵ ਕਿ ਸਪੀਡ ਇਜ਼ ਇਕੁਅਲ ਟੂ ਵੇਵਲੈਂਥ, ਭਾਵ ਕਿ ਤਰੰਗ ਲੰਬਾਈ ਗੁਣਾ ਆਵਿਰਤੀ ਫ੍ਰੀਕੁਐਂਸੀ। ਸੀ ਇਜ਼ ਇਕੁਅਲ ਟੂ ਸਪੀਡ ਵੇਵਲੈਂਥ ਇਨਟੂ ਫ੍ਰੀਕੁਐਂਸੀ। ਨੈਕਸਟ ਕੁਐਸਚਨ ਹੈ ਪ੍ਰਸ਼ਨ ਨੰਬਰ 28, ਧੁਨੀ ਦੀ ਚਾਲ ਨਿਰਭਰ ਕਰਦੀ ਹੈ। ਧੁਨੀ ਦੀ ਚਾਲ ਕਿਸ 'ਤੇ ਨਿਰਭਰ ਕਰਦੀ ਹੈ? ਇਹ ਕਰਦੀ ਹੈ ਮਾਧਿਅਮ ਦਾ ਤਾਪਮਾਨ 'ਤੇ। ਟੈਂਪਰੇਚਰ ਆਫ ਦਾ ਮੀਡੀਅਮ, ਸਪੀਡ ਆਫ ਸਾਊਂਡ ਡਿਪੈਂਡਸ ਅਪੋਨ ਟੈਂਪਰੇਚਰ ਆਫ ਦਾ ਮੀਡੀਅਮ, ਭਾਵ ਕਿ ਜੋ ਹੈ ਸਪੀਡ ਹੈ ਉਹ ਕਿਸ 'ਤੇ ਕਰਦੀ ਹੈ? ਮਾਧਿਅਮ ਦੇ ਤਾਪਮਾਨ 'ਤੇ। ਪ੍ਰਸ਼ਨ 29, which characteristic is this we can distinguish between sound having same pitch and loudness? ਇਹ ਕਿਹੜਾ ਗੁਣ ਹੈ ਜਿਸ ਨਾਲ ਅਸੀਂ ਧੁਨੀਆਂ ਜਿਸ ਦੀ ਪਿੱਚ ਅਤੇ ਪ੍ਰਬਲਤਾ ਸਮਾਨ ਹੋਵੇ ਵਿੱਚ ਅੰਤਰ ਸਮਝ ਸਕਦੇ ਹਾਂ? ਉਹ ਹੈ ਜੀ ਇਸ ਦਾ ਡੀ, ਟਿੰਬਰ, ਭਾਵ ਕਿ ਗੁਣਵੱਤਾ। ਪ੍ਰਸ਼ਨ ਨੰਬਰ 30, ਉੱਚੀ ਆਵਾਜ਼ ਜ਼ਿਆਦਾ ਦੂਰ ਤੱਕ ਪਹੁੰਚ ਸਕਦੀ ਹੈ ਕਿਉਂਕਿ ਇਸ ਦੇ ਵਿੱਚ ਕੀ ਹੁੰਦਾ ਹੈ? ਖਾਸ ਇਸ ਦਾ ਉੱਤਰ ਹੈ ਬੀ, ਹਾਇਰ ਐਨਰਜੀ, ਜ਼ਿਆਦਾ ਊਰਜਾ। ਕਿਉਂਕਿ ਜਦੋਂ ਆਪਾਂ ਉੱਚੀ ਧੁਨੀ ਵਿੱਚ ਬੋਲਦੇ ਹਾਂ, ਉੱਚੀ ਆਵਾਜ਼ ਵਿੱਚ ਬੋਲਦੇ ਹਾਂ ਤਾਂ ਉਸ ਦੀ ਹਾਇਰ ਐਨਰਜੀ, ਜ਼ਿਆਦਾ ਊਰਜਾ ਕਰਕੇ ਸਾਨੂੰ ਦੂਰ ਤੱਕ ਸੁਣਾਈ ਦਿੰਦੀ ਹੈ। ਪ੍ਰਸ਼ਨ 30 ਆਪਾਂ ਪਿੱਛੇ ਕਰ ਲਿਆ, ਜਿਸ ਦਾ ਉੱਤਰ ਸੀ ਜ਼ਿਆਦਾ ਊਰਜਾ, ਭਾਵ ਹਾਇਰ ਐਨਰਜੀ 30 ਵਾਲੇ ਦਾ। ਹੁਣ ਆਪਾਂ ਪ੍ਰਸ਼ਨ ਨੰਬਰ 31 ਕਰਾਂਗੇ। ਉਹ ਯੰਤਰ ਜੋ ਧੁਨੀ ਤਰੰਗਾਂ ਦੀ ਵਰਤੋਂ ਕਰਕੇ ਸਮੁੰਦਰ ਦੀ ਡੂੰਘਾਈ ਮਾਪਦਾ ਹੈ। ਆਪਾਂ ਪਿੱਛੇ ਵੀ ਇਹ ਪ੍ਰਸ਼ਨ ਕਰ ਚੁੱਕੇ ਹਾਂ ਕਿ ਉਹ ਕਿਹੜੀਆਂ ਧੁਨੀ ਤਰੰਗਾਂ ਹੁੰਦੀਆਂ ਹਨ ਜੋ ਸਮੁੰਦਰ ਦੀ ਡੂੰਘਾਈ ਮਾਪਦੀਆਂ ਹਨ, ਜਾਂ ਸਮੁੰਦਰ ਦੇ ਵਿੱਚ ਜੋ ਕੋਈ ਚੀਜ਼ਾਂ ਪਈਆਂ ਹੋਈਆਂ ਥੱਲੇ ਪਤਾ ਲਗਾਉਣ ਲਈ ਆਪਾਂ ਕਿੰਨੀ ਦੂਰੀ 'ਤੇ ਸਥਿਤ ਹੈ, ਤਾਂ ਉਹ ਪਤਾ ਲਗਾਉਣ ਲਈ ਆਪਾਂ ਵਰਤੋਂ ਕਰਦੇ ਹਾਂ। ਉਸ ਤਰੰਗਾਂ ਨੂੰ ਕਹਿੰਦੇ ਹਾਂ, ਉਹ ਹੈ ਸੋਨਾਰ। ਸੋਨਾਰ ਦਾ ਆਪਾਂ ਪੜ੍ਹਿਆ ਸੀ ਸਾਊਂਡ ਨੈਵੀਗੇਸ਼ਨਸ ਐਂਡ ਅਰੇਂਜਿੰਗ। ਪ੍ਰਸ਼ਨ ਨੰਬਰ 32, ਵੋਇਸ ਆਫ ਵਿਚ ਆਫ ਦਾ ਫੋਲੋਇੰਗ ਹੈ ਮਿਨੀਮਮ ਫ੍ਰੀਕੁਐਂਸੀ? ਹੇਠ ਲਿਖਿਆਂ ਵਿੱਚੋਂ ਕਿਸ ਦੀ ਆਵਾਜ਼ ਦੀ ਆਵਿਰਤੀ ਘੱਟ ਹੈ? ਉਹ ਹੈ ਏ ਮੈਨ। ਆਪਾਂ ਪਿੱਛੇ ਵੀ ਪੜ੍ਹ ਚੁੱਕੇ ਹਾਂ ਕਿ ਆਦਮੀ ਦੀ ਜੋ ਹੈ ਫ੍ਰੀਕੁਐਂਸੀ ਆ ਉਹ ਘੱਟ ਹੁੰਦੀ ਆ, ਅਤੇ ਜਦ ਕਿ ਔਰਤਾਂ ਜਾਂ ਬੱਚਿਆਂ ਦੀ ਫ੍ਰੀਕੁਐਂਸੀ ਆਵਾਜ਼ ਦੀ ਜ਼ਿਆਦਾ ਹੁੰਦੀ ਹੈ। ਪ੍ਰਸ਼ਨ ਨੰਬਰ 33, ਸਾਡੇ ਦਿਮਾਗ 'ਤੇ ਧੁਨੀ ਇੱਕੋ ਦਾ ਪ੍ਰਭਾਵ ਲਗਭਗ ਸਮੇਂ ਲਈ ਰਹਿੰਦਾ ਹੈ। ਇੱਕੋ ਦਾ ਪ੍ਰਭਾਵ ਸਾਡੇ ਦਿਮਾਗ 'ਤੇ, ਦਾ ਇਫੈਕਟ ਆਫ ਸਾਊਂਡ ਇਕੋ ਔਨ ਆਵਰ ਬ੍ਰੇਨ ਫਾਰ ਅਪਰੋਕਸੀਮੇਟਲੀ ਟਾਈਮ ਇਜ਼। ਇਸ ਦਾ ਆਨਸਰ ਹੈ ਏ, 0.1 ਸੈਕਿੰਡ, ਭਾਵ ਕਿ ਜਿਹੜਾ ਇੱਕੋ ਦਾ ਪ੍ਰਭਾਵ ਆ ਸਾਡੇ ਦਿਮਾਗ 'ਤੇ 0.1 ਸੈਕਿੰਡ ਤੱਕ ਹੀ ਰਹਿੰਦਾ ਹੈ। ਹਾਂਜੀ, ਪ੍ਰਸ਼ਨ ਨੰਬਰ 33 ਆਪਾਂ ਕਰ ਲਿਆ ਕਿ ਸਾਡੇ ਦਾ ਇੱਕੋ ਦਾ ਜਿਹੜਾ ਪ੍ਰਭਾਵ ਆ ਕਿੰਨੀ ਦੇਰ ਤੱਕ ਰਹਿੰਦਾ ਹੈ। ਇਹਦਾ ਆਨਸਰ ਸੀ ਏ, 0.1 ਸੈਕਿੰਡ। ਅਤੇ ਹੁਣ ਆਪਾਂ ਪ੍ਰਸ਼ਨ ਨੰਬਰ 34 ਕਰਾਂਗੇ। ਪ੍ਰਸ਼ਨ ਨੰਬਰ 34, ਰਾਮ ਦੀ ਮਾਤਾ ਦੇ ਪੇਟ ਵਿੱਚ ਦਰਦ ਹੋਣ 'ਤੇ ਰਾਮ ਨੇ ਆਪਣੀ ਮਾਤਾ ਨੂੰ ਟੈਸਟ ਕਰਵਾਉਣ ਲਈ ਕਿਹਾ। ਬੇਟੇ ਆਪਾਂ ਕਿਸੇ ਵੀ ਪੇਟ ਦਾ ਟੈਸਟ ਕਰਵਾਉਣਾ ਹੁੰਦਾ ਜਾਂ ਕੋਈ ਪ੍ਰੋਬਲਮ ਆਉਂਦੀ, ਕੀ ਕਰਵਾਉਂਦੇ ਆਪਾਂ? ਸਾਨੂੰ ਸਾਰਿਆਂ ਨੂੰ ਘਰ ਵਿੱਚ ਪਤਾ ਹੈ, ਉਹ ਹੈ ਅਲਟਰਾਸਾਊਂਡ, ਭਾਵ ਕਿ ਪ੍ਰਾਸਰਵਣ ਧੁਨੀਆਂ। ਇਸ ਦਾ ਆਨਸਰ ਹੈ ਏ, ਅਲਟਰਾਸਾਊਂਡ। ਪ੍ਰਸ਼ਨ ਨੰਬਰ 35, ਸਿਮਰਨ ਨੇ ਅਧਿਆਪਕ ਦੇ ਪੁੱਛਣ 'ਤੇ ਅਧਿਆਪਕ ਨੂੰ ਦੱਸਿਆ ਕਿ ਸਾਡੇ ਕੰਨ ਵਿੱਚ 3 ਹੱਡੀਆਂ ਹਨ। ਅਸੀਂ ਦੱਸੋ ਵੀ ਕਿਹੜੀਆਂ ਕਿਹੜੀਆਂ 3 ਹੱਡੀਆਂ ਹੁੰਦੀਆਂ? ਉਹ ਹੈਮਰ, ਐਨਵਲ ਜਾਂ ਸਟਿਰਪ। ਇਸ ਦਾ ਆਨਸਰ ਹੈ ਸਾਰੇ 3, ਕਿਉਂਕਿ ਸਾਡੇ ਕੰਨ ਵਿੱਚ ਇਹ 3 ਹੱਡੀਆਂ ਹੁੰਦੀਆਂ ਹਨ। ਪ੍ਰਸ਼ਨ ਨੰਬਰ 36, ਅਧਿਆਪਕ ਨੇ ਰਾਮ ਤੋਂ ਪੁੱਛਿਆ ਕਿ ਨੀਮ ਧੁਨੀ ਦੀ ਆਵਿਰਤੀ ਕਿੰਨੀ ਹੁੰਦੀ ਹੈ? ਜਿਵੇਂ ਕਿ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ, ਨੀਮ ਧੁਨੀ ਜੋ ਹੁੰਦੀ ਹੈ ਉਸ ਦੀ ਆਵਿਰਤੀ 20 ਹਰਟਜ਼ ਤੋਂ ਵੀ ਘੱਟ ਹੁੰਦੀ ਹੈ, ਜਿਸ ਨੂੰ ਕਿ ਅਸੀਂ ਨਹੀਂ ਸੁਣ ਸਕਦੇ। ਪਰ ਕੁਝ ਜਾਨਵਰ, ਜਿਵੇਂ ਕਿ ਆਪਾਂ ਪਿੱਛੇ ਪੜ੍ਹਿਆ ਸੀ, ਕੁੱਤੇ, ਬਿੱਲੀਆਂ ਆਦਿ ਜੋ ਹੈ ਨੀਮ ਧੁਨੀ, ਭਾਵ ਕਿ ਇਨਫਰਾਸੋਨਿਕ ਸਾਊਂਡ ਨੂੰ ਆਸਾਨੀ ਨਾਲ ਸੁਣ ਸਕਦੇ ਹਨ। ਇਸ ਕਰਕੇ ਇਸ ਦਾ ਉੱਤਰ ਹੈ ਨੰਬਰ 1, 20 ਹਰਟਜ਼ ਤੋਂ ਘੱਟ। ਪ੍ਰਸ਼ਨ ਨੰਬਰ 37, ਗੈਂਡੇ
ਡੈਸ਼ ਹਰਟ ਤੱਕ ਦੀਆਂ ਨੀਮ ਧੁਨੀਆਂ ਦੀ ਵਰਤੋਂ ਕਰਕੇ ਇੱਕ ਦੂਜੇ ਨਾਲ ਸੰਪਰਕ ਕਰਦੇ ਹਨ। ਹਾਂਜੀ, ਇਸ ਦਾ ਆਨਸਰ ਹੈ ਏ, ਭਾਵ ਕਿ 5 ਹਰਟਜ਼ ਤੱਕ ਦੀਆਂ ਧੁਨੀਆਂ ਭੇਜ ਕੇ ਉਹ ਇੱਕ ਦੂਜੇ ਨਾਲ ਸੰਪਰਕ ਕਰਦੇ ਹਨ। ਪ੍ਰਸ਼ਨ ਨੰਬਰ 38, ਦ ਰੂਫ ਆਫ ਦ ਸਿਨੇਮਾ ਹਾਲ ਆਰ ਮੇਡ ਡੈਸ਼ ਸੋ ਦੈਟ ਸਾਊਂਡ ਕੈਨ ਰਿਫਲੈਕਟ ਇਨ ਹੋਲ ਦਾ ਹਾਲ। ਸਿਨੇਮਾ ਘਰ ਦੀਆਂ ਛੱਤਾਂ ਡੈਸ਼ ਬਣਾਈਆਂ ਜਾਂਦੀਆਂ ਹਨ ਤਾਂ ਕਿ ਆਵਾਜ਼ ਪੂਰੇ ਹਾਲ ਵਿੱਚ ਫੈਲ ਜਾਵੇ। ਹਾਂਜੀ, ਇਸ ਦਾ ਆਨਸਰ ਹੈ ਏ, ਕਰਵਡ। ਬੱਕਰਾਕਾਰ ਤੁਸੀਂ ਆਮ ਦੇਖਿਆ ਹੋਵੇਗਾ ਬੇਟੇ, ਸਿਨੇਮਾ ਹਾਲ ਦੇ ਵਿੱਚ ਜਾਂ ਸੰਮੇਲਨ ਹਾਲ ਜੋ ਵੀ ਹੁੰਦੇ ਹਨ ਉਹਨਾਂ ਦੀ ਜਿਹੜੇ ਛੱਤਾਂ ਹਮੇਸ਼ਾ ਕਰਵਡ ਬਣਾਈਆਂ ਜਾਂਦੀਆਂ ਹਨ। ਪ੍ਰਸ਼ਨ ਨੰਬਰ 39, ਧੁਨੀ ਕਿਸੇ ਵੀ ਮਾਧਿਅਮ ਵਿੱਚ ਜੋ ਤਰੰਗਾਂ ਦੀ ਵਰਤੋਂ ਨਹੀਂ ਕਰਦੇ ਹੈ ਉਹ ਕਿਹੜੀਆਂ ਤਰੰਗਾਂ ਹਨ ਜੀ? ਉਹ ਹਨ ਟਰਾਂਸਵਰਸ ਵੇਵਜ਼। ਕਦੀ ਵੀ ਇਹ ਜਿਹੜੇ ਸਾਊਂਡ ਪ੍ਰੋਪੇਗੇਟ ਨਹੀਂ ਹੁੰਦੀ, ਕਾਹਦੇ ਨਾਲ ਨਹੀਂ ਹੁੰਦੀ? ਟਰਾਂਸਵਰਸ ਵੇਵ ਨਾਲ ਨਹੀਂ ਹੁੰਦੀ। ਪ੍ਰਸ਼ਨ ਨੰਬਰ 40, ਟੀਚਰਸ ਟੋਲਡ ਸਟੂਡੈਂਟਸ ਦੈਟ ਸਾਊਂਡ ਟਰੈਵਲਸ ਇਨ ਐਨੀ ਮੀਡੀਅਮ ਇਨ ਦੀ ਫਾਰਮ ਆਫ। ਅਧਿਆਪਕ ਨੇ ਬੱਚਿਆਂ ਨੂੰ ਕਿਹਾ ਕਿ ਧੁਨੀ ਕਿਸੇ ਵੀ ਮਾਧਿਅਮ ਵਿੱਚ ਜੋ ਤਰੰਗਾਂ ਦੀ ਵਰਤੋਂ ਕਰਦੇ ਹਨ ਉਹ ਤਰੰਗਾਂ ਕਿਹੜੀਆਂ ਹਨ? ਲੌਂਗੀਟਿਊਡਨਲ ਵੇਵਜ਼, ਭਾਵ ਤਰੰਗਾਂ ਹਮੇਸ਼ਾ ਹੀ ਲੌਂਗੀਟਿਊਡਨਲ ਵੇਵਜ਼ ਦੇ ਰੂਪ ਵਿੱਚ ਚੱਲਦੀਆਂ ਹਨ। ਇਸ ਕਰਕੇ ਇਸ ਦਾ ਆਨਸਰ ਹੈ ਏ, ਲੌਂਗੀਟਿਊਡਨਲ ਵੇਵਜ਼। ਟੇਢੇ ਮੇਢੇ ਆਕਾਰ ਵਾਲੇ ਪੁਰਜੇ ਅਤੇ ਇਲੈਕਟ੍ਰੋਨਿਕ ਉਪਕਰਨਾਂ ਨੂੰ ਸਾਫ਼ ਕਰਨ ਲਈ ਕਿਸ ਧੁਨੀ ਦਾ ਉਪਯੋਗ ਕੀਤਾ ਜਾਂਦਾ ਹੈ? ਹਾਂ ਬੇਟੇ, ਜਿੱਥੇ ਆਪਾਂ ਹੱਥ ਨਾਲ ਜਾਂ ਕਿਸੇ ਚੀਜ਼ ਨਾਲ ਨਹੀਂ ਕਰ ਸਕਦੇ ਉੱਥੇ ਜੋ ਅਲਟਰਾਸਾਊਂਡ ਧੁਨੀਆਂ ਹਨ, ਪਰਾ ਧੁਨੀਆਂ ਹੁੰਦੀਆਂ ਹਨ, ਉਸ ਨਾਲ ਆਪਾਂ ਟੇਢੇ ਮੇਢੇ ਪੁਰਜੇ, ਭਾਵ ਜਿੱਥੇ ਸਾਡਾ ਹੱਥ ਨਹੀਂ ਪਹੁੰਚਦਾ ਉੱਥੋਂ ਆਪਾਂ ਅਲਟਰਾਸਾਊਂਡ ਧੁਨੀਆਂ ਦੀ ਵਰਤੋਂ ਕਰਕੇ ਉੱਥੇ ਆਪਾਂ ਸਫਾਈ ਕਰ ਸਕਦੇ ਹਾਂ। ਭਾਵ ਕਿ ਵਿਚ ਸਾਊਂਡ ਇਜ਼ ਯੂਜ਼ਡ ਫਾਰ ਦ ਕਲੀਨਿੰਗ ਆਫ ਔਡ ਸ਼ੇਪਡ ਪਾਰਟਸ ਐਂਡ ਇਲੈਕਟ੍ਰੋਨਿਕ ਅਪਲਾਈਸਿਸ। ਕੀ ਨਾਮ ਹੈ? ਇਸ ਦਾ ਉੱਤਰ ਹੈ ਅਲਟਰਾਸਾਊਂਡ ਪਰਾ ਧੁਨੀਆਂ। ਹੁਣ ਤੁਹਾਨੂੰ ਕੁਝ ਜੋ ਹੈ ਲੌਂਗ ਆਂਸਰ ਟਾਈਪ ਕੁਐਸਚਨ ਮੈਂ ਇਹਦੇ ਵਿੱਚ ਲਿਖੇ ਹੋਏ ਨੇ, ਇਹਨਾਂ ਨੂੰ ਆਪਾਂ ਯਾਦ ਕਰਨਾ ਹੈ ਅਤੇ ਕਾਪੀ ਵਿੱਚ ਲਿਖਣਾ ਹੈ। ਜਿਸ ਤਰ੍ਹਾਂ ਇਸ ਤਰ੍ਹਾਂ ਦੇ ਕੁਐਸਚਨ ਹੈ। ਕੁਐਸਚਨ ਨੰਬਰ Y1, ਵਾਈ ਇਜ਼ ਸਾਊਂਡ ਵੇਵ ਕਾਲਡ ਲੌਂਗੀਟਿਊਡਨਲ ਵੇਵਜ਼, ਭਾਵ ਕਿ ਧੁਨੀ ਤਰੰਗਾਂ ਨੂੰ ਲੌਂਗੀਟਿਊਡਨਲ ਤਰੰਗਾਂ ਕਿਉਂ ਕਹਿੰਦੇ ਹਨ। ਪ੍ਰਸ਼ਨ ਨੰਬਰ 2, ਵਾਈ ਆਰ ਦ ਸੀਲਿੰਗਸ ਆਫ ਕੰਸਰਟ ਹਾਲਸ ਕਰਵਡ, ਭਾਵ ਕਿ ਕੰਸਰਟ ਹਾਲ ਜਾਂ ਸਿਨੇਮਾ ਹਾਲ ਜਾਂ ਸੰਮੇਲਨ ਹਾਲ ਦੀਆਂ ਛੱਤਾਂ ਨੂੰ ਬੱਕਰਾਕਾਰ ਕਿਉਂ ਬਣਾਇਆ ਜਾਂਦਾ ਹੈ। ਪ੍ਰਸ਼ਨ ਨੰਬਰ 3, ਵਾਟ ਡੂ ਯੂ ਮੀਨ ਟੂ ਬਾਈ ਫਰੀਕੁਐਂਸੀ ਐਂਡ ਐਂਪਲੀਟਿਊਡ ਆਫ ਏ ਸਾਊਂਡ ਵੇਵ, ਭਾਵ ਕਿ ਆਵਿਰਤੀ ਅਤੇ ਆਯਾਮ ਜੋ ਧੁਨੀ ਤਰੰਗਾਂ ਦਾ ਹੁੰਦਾ ਹੈ ਉਸ ਤੋਂ ਤੁਸੀਂ ਕੀ ਸਮਝਦੇ ਹੋ। ਇਸ ਤਰ੍ਹਾਂ ਦੇ ਪ੍ਰਸ਼ਨ ਉੱਤਰ ਜਿਹੜੇ ਆ ਉਹ ਤੁਸੀਂ ਕਾਪੀ ਦੇ ਵਿੱਚ ਲਿਖਣੇ ਹਨ ਅਤੇ ਯਾਦ ਕਰਨੇ ਹਨ। ਬਾਕੀ ਅਭਿਆਸ ਦੇ ਜੋ ਪ੍ਰਸ਼ਨ ਹਨ ਤੁਹਾਡੀ ਬੁੱਕ ਦੇ ਵਿੱਚ ਇਸ ਸਾਊਂਡ ਦੇ, ਉਹ ਵੀ ਤੁਸੀਂ ਚੰਗੀ ਤਰ੍ਹਾਂ ਕਰਨੇ ਹਨ। ਅਗਰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੇਰੇ ਨਾਲ ਸੰਪਰਕ ਕਰਨਾ ਹੈ। ਥੈਂਕਸ। ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਕਰੋ ਤਾਂ ਕਿ ਤੁਹਾਡੇ ਨਾਲ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਜਾਂਦੀਆਂ ਰਹਿਣ। ਧੰਨਵਾਦ। ਥੈਂਕਸ।